ਅੱਜ ਆਪਾਂ ਜਮਾਤ 10ਵੀਂ ਦੇ ਵਿਗਿਆਨ ਵਿਸ਼ੇ ਦੀ ਪ੍ਰੈਕਟਿਸ ਸ਼ੀਟ ਨੰਬਰ 9 ਕਰਨ ਜਾ ਰਹੇ ਹਾਂ। ਪਾਠ ਦਾ ਨਾਮ ਹੈ ਅਨੁਵੰਸ਼ਿਕਤਾ ਅਤੇ ਜੀਵ ਵਿਕਾਸ। ਕੁਐਸਚਨ ਪਹਿਲਾ, XY ਗੁਣਸੂਤਰ ਮੌਜੂਦ ਹੋਣ ਵਾਲੇ ਮਨੁੱਖ ਨੂੰ ਕੀ ਕਿਹਾ ਜਾਵੇਗਾ? ਤਾਂ ਦੇਖੋ ਇਹਨਾਂ ਨੂੰ ਕਿਹਾ ਜਾਂਦਾ ਹੈ ਗੁਣਸੂਤਰ। ਤਾਂ ਮਨੁੱਖਾਂ ਦੇ ਵਿੱਚ 23 ਜੋੜੇ ਹੁੰਦੇ ਨੇ, ਮਤਲਬ ਕਿ 46 ਕ੍ਰੋਮੋਸੋਮ ਹੁੰਦੇ ਨੇ। ਇਹਨਾਂ ਵਿੱਚੋਂ ਆ ਦੇਖੋ 22 ਜੋੜੇ ਤੁਹਾਨੂੰ ਇੱਥੇ ਦਿਖਾਏ ਹੋਏ ਨੇ, ਤੇ ਜੋ 23ਵਾਂ ਜੋੜਾ ਹੈ ਇਹ ਸੈਕਸ ਕ੍ਰੋਮੋਸੋਮਸ ਨੇ, ਜਿਨ੍ਹਾਂ ਨੂੰ ਲਿੰਗੀ ਗੁਣਸੂਤਰ ਕਹਿੰਦੇ ਆ। ਇਸਤਰੀਆਂ ਦੇ ਵਿੱਚ ਇਹ ਜੋੜਾ XX ਦਾ ਬਣਿਆ ਹੁੰਦਾ ਤੇ ਪੁਰਸ਼ਾਂ ਦੇ ਵਿੱਚ ਇਹ ਜੋੜਾ XY ਦਾ ਬਣਿਆ ਹੁੰਦਾ। ਇਸ ਕਰਕੇ ਈਡੀ ਆਪਸ਼ਨ ਸਹੀ ਹੋ ਜਾਏਗਾ ਪੁਰਸ਼ ਤੁਹਾਡੇ ਫਸਟ ਕੁਐਸਚਨ ਦਾ। ਕੁਐਸਚਨ ਦੂਜਾ, ਯੁਗਮਜ ਵਿੱਚ ਮੌਜੂਦ ਲਿੰਗੀ ਗੁਣਸੂਤਰਾਂ ਦੀ ਗਿਣਤੀ ਕੀ ਹੋਵੇਗੀ? ਤਾਂ ਦੇਖੋ ਯੁਗਮਜ ਸੈੱਲ ਨਿਸ਼ੇਚਨ ਤੋਂ ਬਾਅਦ ਬਣਦਾ ਹੈ, ਫਰਟੀਲਾਈਜੇਸ਼ਨ ਤੋਂ ਬਾਅਦ, ਜਿੱਥੇ ਦੋਨੇ ਪਿਤਾ ਤੋਂ ਤੇ ਮਾਤਾ ਤੋਂ ਇੱਕ ਲਿੰਗੀ ਗੁਣਸੂਤਰ ਮਿਲਦਾ ਹੈ ਤੇ ਦੋਨਾਂ ਤੋਂ ਮਿਲ ਕੇ ਇੱਕ ਜੋੜਾ ਬਣ ਜਾਂਦਾ ਹੈ। ਤਾਂ ਯੁਗਮਜ ਵਿੱਚ XX ਹੋ ਸਕਦਾ ਹੈ ਜਾਂ ਫਿਰ XY ਹੋ ਸਕਦਾ ਹੈ, ਉੱਥੇ ਗੁਣਸੂਤਰ ਦੋ ਹੀ ਹੋਣਗੇ। ਆੜਾ ਆਪਸ਼ਨ ਸਹੀ ਹੋ ਜਾਏਗਾ ਤੁਹਾਡੇ ਦੂਜੇ ਕੁਐਸਚਨ ਦਾ। ਕੁਐਸਚਨ ਤੀਜਾ, ਪੈਦਾ ਹੋਣ ਵਾਲੇ ਬੱਚੇ ਦਾ ਲਿੰਗ ਹੇਠ ਲਿਖਿਆਂ ਵਿੱਚੋਂ ਕਿਹੜੀ ਵਿਧੀ ਰਾਹੀਂ ਪਤਾ ਕੀਤਾ ਜਾ ਸਕਦਾ ਹੈ? ਦੇਖੋ ਬੱਚੇ ਦੇ ਲਿੰਗ ਦਾ ਮਾਤਾ ਦੇ ਪ੍ਰੈਗਨੈਂਸੀ ਗਰਭ ਧਾਰਨ ਦੇ ਸਮੇਂ ਨਾਲ ਕੋਈ ਸੰਬੰਧ ਨਹੀਂ ਹੈ, ਅੰਡਾ ਉਤਸਰਜਨ ਦੇ ਕਾਲ ਦੇ ਨਾਲ ਵੀ ਕੋਈ ਸੰਬੰਧ ਨਹੀਂ ਹੈ। ਇੱਥੇ ਤੁਸੀਂ ਇਹ ਚਾਰੇ ਕੇਸ ਦੇਖ ਸਕਦੇ ਹੋ, ਜਿਹਦੇ ਵਿੱਚੋਂ ਆ ਉੱਪਰ ਵਾਲੇ ਦੋ ਲੜਕੀ ਹੋਣਗੇ ਤੇ ਥੱਲੇ ਵਾਲੇ ਦੋ ਲੜਕਾ ਹੋਣਗੇ। ਤਾਂ X ਸਾਰਿਆਂ ਵਿੱਚ ਆ ਰਿਹਾ ਹੈ, ਤਾਂ X ਗੁਣਸੂਤਰ ਦੇ ਹੋਣ ਨਾਲ ਨਹੀਂ ਪਤਾ ਲੱਗਣਾ, ਸਿਰਫ Y ਤੋਂ ਪਤਾ ਲੱਗੂਗਾ। ਅਗਰ Y ਯੁਗਮਜ ਤੱਕ ਪਹੁੰਚਦਾ ਹੈ ਫਾਦਰ ਤੋਂ ਤਾਂ ਉਹ ਲੜਕਾ ਹੋਏਗਾ, ਅਗਰ ਫਾਦਰ ਤੋਂ ਵੀ X ਹੀ ਪਹੁੰਚ ਰਿਹਾ ਤਾਂ ਲੜਕੀ ਹੋਵੇਗਾ। ਤਾਂ Y ਦਾ ਹੋਣਾ ਜਾਂ ਨਾ ਹੋਣਾ ਹੀ ਆਪਾਂ ਨੂੰ ਲਿੰਗ ਨਿਰਧਾਰਨ ਵਿੱਚ ਹੈਲਪ ਕਰਦਾ ਹੈ। ਸੱਸਾ ਆਪਸ਼ਨ ਸਹੀ ਹੋਏਗਾ ਤੁਹਾਡੇ ਤੀਜੇ ਕੁਐਸਚਨ ਦਾ। ਕੁਐਸਚਨ ਚੌਥਾ, ਕਿਸੇ ਜੀਵ ਦੇ ਗੁਣ ਪ੍ਰਭਾਵਿਤ ਹੁੰਦੇ ਨੇ ਕਿਸ ਦੇ DNA ਤੋਂ? ਤਾਂ ਦੇਖੋ ਮਦਰ ਤੇ ਫਾਦਰ ਦੋਨਾਂ ਦੀ ਕੰਟਰੀਬਿਊਸ਼ਨ ਹੁੰਦੀ ਹੈ। ਮਦਰ ਦੇ ਦੋ ਗੁਣਸੂਤਰਾਂ ਚੋਂ ਵੀ ਇੱਕ ਗੁਣਸੂਤਰ ਜਾਏਗਾ ਬੱਚੇ ਦੇ ਵਿੱਚ, ਤੇ ਪਿਤਾ ਦੇ ਦੋ ਗੁਣਸੂਤਰਾਂ ਤੋਂ ਵੀ ਇੱਕ ਗੁਣਸੂਤਰ ਜਾਏਗਾ ਬੱਚੇ ਦੇ ਵਿੱਚ, ਤੇ ਨਿਸ਼ੇਚਨ ਕਿਰਿਆ ਤੋਂ ਬਾਅਦ ਯੁਗਮਜ ਬਣੇਗਾ। ਤਾਂ ਦੋਵੇਂ ਮਾਤਾ ਤੇ ਪਿਤਾ ਦੇ DNA ਤੋਂ ਪ੍ਰਭਾਵਿਤ ਹੁੰਦੇ ਆ ਜੀਵ ਦੇ ਗੁਣ। ਈਡੀ ਆਪਸ਼ਨ ਸਹੀ ਹੋ ਜਾਏਗਾ ਤੁਹਾਡੇ ਚੌਥੇ ਕੁਐਸਚਨ ਦਾ। ਕੁਐਸਚਨ ਪੰਜਵਾਂ, ਜਿਸ ਯੁਗਮਜ ਨੂੰ ਪਿਤਾ ਤੋਂ X ਗੁਣਸੂਤਰ ਮਿਲਿਆ ਹੋਵੇ ਉਹ ਸੰਤਾਨ ਕੀ ਹੋਵੇਗੀ? ਤਾਂ ਦੇਖੋ ਉਹੀ ਚਾਰਟ ਰਿਪੀਟ ਹੋ ਰਿਹਾ ਬਾਰ-ਬਾਰ। ਤਾਂ ਦੇਖੋ ਮਾਤਾ ਤੋਂ ਤਾਂ ਸਿਰਫ X ਹੀ ਮਿਲ ਸਕਦਾ ਹੈ, ਇਸਤਰੀਆਂ 'ਚ ਸਿਰਫ X ਗੁਣਸੂਤਰ ਨੇ, ਪਰ ਫਾਦਰ ਕੋਲੇ ਇੱਕ ਗੁਣਸੂਤਰ X ਹੈ ਤੇ ਦੂਜਾ Y ਹੈ। ਤਾਂ ਮਾਤਾ ਤੋਂ ਦੋਨਾਂ ਕੇਸਾਂ 'ਚ X ਮਿਲੇਗਾ, ਪਿਤਾ ਤੋਂ ਅਗਰ X ਮਿਲ ਗਿਆ ਤਾਂ ਦੇਖੋ ਦੋਨੇ ਕੇਸ ਤੁਹਾਡੇ XX ਦੇ ਬਣ ਰਹੇ ਨੇ, ਤਾਂ ਡੈਫੀਨੇਟਲੀ ਇਹ ਲੜਕੀ ਹੋਏਗਾ। ਆੜਾ ਆਪਸ਼ਨ ਸਹੀ ਹੈ ਤੁਹਾਡੇ ਪੰਜਵੇਂ ਕੁਐਸਚਨ ਦਾ। ਕੁਐਸਚਨ 6ਵਾਂ, ਉਹ ਸਮੂਹ ਦੱਸੋ ਜਿਸ ਵਿੱਚ ਸਭ ਤੋਂ ਜ਼ਿਆਦਾ ਸਮਾਨਤਾਵਾਂ ਹਨ। ਮਤਲਬ ਇਹਨਾਂ ਚਾਰਾਂ ਆਪਸ਼ਨਸ ਵਿੱਚੋਂ ਕਿਹੜੇ ਜ਼ਿਆਦਾ ਇੱਕੋ ਜਿਹੇ ਨੇ? ਪਹਿਲਾ ਆਪਸ਼ਨ, ਕਿਸੇ ਸਪੀਸ਼ੀਜ਼ ਦੇ ਦੋ ਜੀਵ, ਜਿਵੇਂ ਮੰਨ ਲਓ ਦੋ ਕੁੱਤੇ ਹੋ ਗਏ ਜਾਂ ਦੋ ਸ਼ੇਰ ਹੋ ਗਏ, ਜਾਂ ਕਿਸੇ ਜੀਨੋਮ ਦੀਆਂ ਦੋ ਸਪੀਸ਼ੀਜ਼ ਜਿਵੇਂ ਮਨੁੱਖ ਤੇ ਚਿੰਪੈਂਜ਼ੀ। ਇਹ ਦੋਨੇ ਪ੍ਰਜਾਤੀਆਂ ਅਲੱਗ-ਅਲੱਗ ਨੇ, ਪਰ ਇਹਨਾਂ ਦੇ ਵਿੱਚ ਜੀਨੋਮ ਹੈ ਜਿਹੜਾ ਉਹ ਬਹੁਤ ਜ਼ਿਆਦਾ ਸਾਂਝਾ ਹੈ। ਤਾਂ ਇਹਨਾਂ ਦੇ ਜੋ ਜੀਨਸ ਨੇ, DNA ਨੇ, ਉਹ ਹਿਊਮਨਸ ਦੇ ਨਾਲ ਬਹੁਤ ਜ਼ਿਆਦਾ ਮੈਚ ਕਰਦੇ ਨੇ। ਨੰਬਰ ਤੀਸਰੇ ਤੇ, ਕਿਸੇ ਵੰਸ਼ ਦੇ ਪਰਿਵਾਰ, ਮਤਲਬ ਇੱਕੋ ਖਾਨਦਾਨ ਦੇ, ਜਿਵੇਂ ਆਪਣੇ ਕਜ਼ਨਸ ਨੇ ਜੋ ਉਹ ਇੱਕੋ ਵੰਸ਼ ਦੇ ਪਰਿਵਾਰ ਦੇ ਮੈਂਬਰ ਹੁੰਦੇ ਆ, ਜਾਂ ਫਿਰ ਦੋ ਵੰਸ਼ਾਂ ਦੇ ਦੋ ਪਰਿਵਾਰ। ਤਾਂ ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਨਜ਼ਦੀਕ DNA ਤੇ ਸਮਾਨਤਾਵਾਂ ਇੱਕੋ ਵੰਸ਼ ਦੇ ਪਰਿਵਾਰ ਦੇ ਵਿੱਚ ਹੋਣਗੀਆਂ। ਈਡੀ ਆਪਸ਼ਨ ਸਹੀ ਹੋ ਜੂ ਤੁਹਾਡੇ 6ਵੇਂ ਕੁਐਸਚਨ ਦਾ। ਕੁਐਸਚਨ 7ਵਾਂ, ਅਨੁਵੰਸ਼ਿਕ ਪਦਾਰਥ ਦੀ ਆਪਸੀ ਬਦਲੀ ਹੁੰਦੀ ਹੈ। ਅਲਿੰਗੀ ਪ੍ਰਜਨਨ ਦੇ ਵਿੱਚ ਅਨੁਵੰਸ਼ਿਕ ਪਦਾਰਥ ਮਤਲਬ DNA 100% ਕਾਪੀ ਪੇਸਟ ਹੋ ਜਾਂਦਾ, ਉਹਦੇ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ, ਕੋਈ ਗਲਤੀ, ਕੋਈ ਐਰਰ ਨਹੀਂ ਹੁੰਦਾ। ਬਰਡਿੰਗ ਵੀ ਅਲਿੰਗੀ ਪ੍ਰਜਨਨ ਦੀ ਹੀ ਇੱਕ ਉਦਾਹਰਨ ਹੈ। ਤਾਂ ਇਹ ਤਾਂ ਹੋ ਹੀ ਨਹੀਂ ਸਕਦੇ, ਇਹਨਾਂ 'ਚ ਤਾਂ ਤਬਦੀਲੀ ਬਦਲੀ ਹੁੰਦੀ ਨਹੀਂ। ਲਿੰਗੀ ਪ੍ਰਜਨਨ ਦੇ ਵਿੱਚ ਬਦਲੀ ਹੁੰਦੀ ਹੈ, ਇਸ ਕਰਕੇ ਭਿੰਨਤਾਵਾਂ ਬਣਦੀਆਂ ਨੇ। ਤਾਂ ਈਡੀ ਆਪਸ਼ਨ ਸਹੀ ਹੋ ਜਾਏਗਾ ਤੁਹਾਡੇ 7ਵੇਂ ਕੁਐਸਚਨ ਦਾ। ਕੁਐਸਚਨ 8ਵਾਂ, ਜੀਵ ਵਿਕਾਸ ਦੇ ਸਿਧਾਂਤ ਅਨੁਸਾਰ ਨਵੀਆਂ ਜਾਤੀਆਂ ਦਾ ਬਣਨਾ ਕਿਸ ਤੇ ਨਿਰਭਰ ਕਰਦਾ ਹੈ? ਤਾਂ ਪਿਛਲੇ ਕੁਐਸਚਨ 'ਚ ਕੀਤਾ ਹੈ ਕਿ ਲਿੰਗੀ ਪ੍ਰਜਨਨ ਜਦੋਂ ਹੁੰਦਾ ਹੈ ਤਾਂ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਆ ਜਾਂਦੀਆਂ ਨੇ, 100% ਕਾਪੀ ਪੇਸਟ DNA ਨਹੀਂ ਹੋ ਸਕਦਾ, ਉਹਨਾਂ ਨੂੰ ਕਿਹਾ ਜਾਂਦਾ ਹੈ ਭਿੰਨਤਾਵਾਂ। ਤੇ ਇਹ ਕਈ ਪੀੜ੍ਹੀਆਂ ਤੱਕ ਜਦੋਂ ਭਿੰਨਤਾਵਾਂ ਇਕੱਠੀਆਂ ਹੋ ਜਾਂਦੀਆਂ ਨੇ ਤਾਂ ਨਵੀਆਂ ਜਾਤੀਆਂ ਦਾ ਬਣਨਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਆੜਾ ਆਪਸ਼ਨ ਸਹੀ ਹੋ ਜਾਏਗਾ ਤੁਹਾਡੇ 8ਵੇਂ ਕੁਐਸਚਨ ਦਾ। ਕੁਐਸਚਨ 9ਵਾਂ, ਟ੍ਰੈਲੋਬਾਈਟ ਪਥਰਾਟ ਅਸਲ ਵਿੱਚ ਕੀ ਹਨ? ਟ੍ਰਿਲੋਬਾਈਟ ਪਥਰਾਟ ਜਾਂ ਵਿਸ਼ੇਸ਼ ਜੋ ਇੱਥੇ ਤੁਹਾਨੂੰ ਦਿਖਾਏ ਹੋਏ ਨੇ, ਇਸ ਤਰ੍ਹਾਂ ਦੇ ਜੀਵਾਂ ਦੇ ਸੀ ਜੋ ਧਰਤੀ ਤੇ ਕਰੋੜਾਂ ਸਾਲ ਪਹਿਲਾਂ ਸਮੁੰਦਰਾਂ ਵਿੱਚ ਪਾਏ ਜਾਂਦੇ ਸੀ। ਇਹ ਆਰਥਰੋਪੋਡ ਕਿਸਮ ਦੇ ਜੀਵ ਸੀ। ਇਹਨਾਂ ਦੀ ਸੈਗਮੈਂਟਡ ਬਾਡੀ ਤੁਹਾਨੂੰ ਦਿਖਾਈ ਦੇ ਰਹੀ ਹੈ, ਤੇ 25 ਕਰੋੜ ਸਾਲ ਪਹਿਲਾਂ ਧਰਤੀ ਦੇ ਉੱਤੇ ਮਾਸ ਐਕਸਟਿੰਕਸ਼ਨ ਕਾਰਨ ਇਹ ਖਤਮ ਹੋ ਗਏ ਸੀ। ਇਸ ਕਰਕੇ ਪਥਰਾਟ ਰੂਪ ਚ ਅੱਜ ਆਪਾਂ ਨੂੰ ਇਹਨਾਂ ਦੇ ਵਿਸ਼ੇਸ਼ ਪ੍ਰਾਪਤ ਹੋ ਰਹੇ ਨੇ। ਤਾਂ ਊੜਾ ਆਪਸ਼ਨ ਸਹੀ ਹੋ ਜਾਏਗਾ ਆਰਥਰੋਪੋਡ ਤੁਹਾਡੇ 9ਵੇਂ ਕੁਐਸਚਨ ਦਾ। ਕੁਐਸਚਨ 10ਵਾਂ, ਜੀਵ ਵਿਕਾਸ ਦੀ ਭਾਸ਼ਾ ਵਿੱਚ ਸਾਡਾ ਸਭ ਤੋਂ ਨੇੜਲਾ ਜੀਵ ਕਿਹੜਾ ਹੈ? ਇੱਕ ਜੀਵਾਣੂ, ਇੱਕ ਮੱਕੜੀ, ਇੱਕ ਚਿੰਪੈਂਜ਼ੀ ਜਾਂ ਇੱਕ ਚੀਨੀ ਲੜਕਾ। ਤਾਂ ਬੈਕਟੀਰੀਆ ਨਾਲ ਆਪਣਾ DNA ਬਹੁਤ ਘੱਟ ਮਿਲਦਾ, ਮੱਕੜੀ ਨਾਲ ਥੋੜਾ ਜ਼ਿਆਦਾ ਮਿਲਦਾ, ਚਿੰਪੈਂਜ਼ੀ ਦੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਆਪਣੇ ਨਾਲ ਬਹੁਤ DNA ਮਿਲਦਾ, ਪਰ ਉਹਨਾਂ ਨਹੀਂ ਮਿਲਦਾ ਜਿੰਨਾ ਇੱਕ ਚਾਈਨੀਜ਼ ਲੜਕੇ ਦਾ ਮਿਲੂ, ਕਿਉਂਕਿ ਚਾਈਨੀਜ਼ ਲੜਕਾ ਆਪਣੇ ਵਾਂਗੂ ਇੱਕ ਮਨੁੱਖ ਹੈ। ਇਸ ਕਰਕੇ ਊੜਾ ਆਪਸ਼ਨ ਸਹੀ ਹੋ ਜਾਏਗਾ ਤੁਹਾਡੇ 10ਵੇਂ ਕੁਐਸਚਨ ਦਾ। ਕੁਐਸਚਨ 11ਵਾਂ, ਅਨੁਵੰਸ਼ਿਕਤਾ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ? ਇਹ ਚਾਰੇ ਨਾਮ ਸਾਇੰਟਿਸਟ ਦੇ ਨੇ। ਇਹਨਾਂ ਵਿੱਚੋਂ ਗ੍ਰੈਗੋਰ ਮੈਂਡਲ ਜੋ ਕਿ ਆਸਟਰੀਅਨ ਸਾਇੰਟਿਸਟ ਸੀ, ਉਹਨਾਂ ਨੇ ਮਾਡਰਨ ਸਾਇੰਸ ਦੇ ਵਿੱਚ ਜੈਨੇਟਿਕਸ ਦੇ ਉੱਤੇ ਅਨੁਵੰਸ਼ਿਕਤਾ ਦੇ ਨਿਯਮਾਂ ਦੇ ਉੱਤੇ ਕੰਮ ਕੀਤਾ, ਤੇ ਉਹਨਾਂ ਦੇ ਰੂਲਸ ਨੂੰ ਮੈਂਡਲਸ ਰੂਲ ਆਫ ਇਨਹੈਰੀਟੈਂਸ ਅਨੁਵੰਸ਼ਿਕਤਾ ਦੇ ਸਿਧਾਂਤ ਕਿਹਾ ਜਾਂਦਾ ਹੈਗਾ। ਇਸ ਕਰਕੇ ਇਹਨਾਂ ਨੂੰ ਅਨੁਵੰਸ਼ਿਕਤਾ ਦਾ ਪਿਤਾ, ਫਾਦਰ ਆਫ ਜੈਨੇਟਿਕਸ ਵੀ ਕਿਹਾ ਜਾਂਦਾ ਹੈ। ਤਾਂ ਆੜਾ ਆਪਸ਼ਨ ਸਹੀ ਹੋ ਜਾਏਗਾ ਤੁਹਾਡੇ 11ਵੇਂ ਕੁਐਸਚਨ ਦਾ।
ਦਾ। ਕੁਐਸਚਨ 12ਵਾਂ, ਇੱਕ ਪੁਰਸ਼ ਦਾ ਜੇਕਰ ਬਲੱਡ ਗਰੁੱਪ A ਹੈ ਤੇ ਇਸਤਰੀ ਦਾ ਬਲੱਡ ਗਰੁੱਪ O ਹੈ ਤਾਂ ਉਹਨਾਂ ਦੀ ਸੰਤਾਨ ਦਾ ਬਲੱਡ ਗਰੁੱਪ ਕੀ ਹੋਵੇਗਾ? ਦੇਖੋ, ਸੰਤਾਨ ਦੇ ਵਿੱਚ ਪਿਤਾ ਤੇ ਮਾਤਾ ਦੋਨਾਂ ਤੋਂ ਹੀ ਗੁਣਸੂਤਰ ਆਉਣਗੇ। ਪਿਤਾ ਤੋਂ ਬਲੱਡ ਗਰੁੱਪ A ਦਾ ਤੇ ਮਾਤਾ ਤੋਂ ਬਲੱਡ ਗਰੁੱਪ O ਦਾ, ਦੋਨੇ ਗੁਣਸੂਤਰ ਬੱਚੇ ਦੇ ਵਿੱਚ ਜਾਣਗੇ। ਪਰ ਕੁਐਸਚਨ ਹੈ ਕਿ ਸ਼ੋ ਕਿਹੜਾ ਹੋਵੇਗਾ, A ਹੋਵੇਗਾ ਜਾਂ O ਹੋਵੇਗਾ? ਤਾਂ ਜਦੋਂ ਵੀ ਬਲੱਡ ਗਰੁੱਪ A ਹੁੰਦੇ ਆ ਜਾਂ B ਹੁੰਦੇ ਆ, ਇਹ ਬਾਕੀ ਬਲੱਡ ਗਰੁੱਪਸ ਉੱਪਰ ਹਾਵੀ ਹੋ ਜਾਂਦੇ ਆ, ਡੋਮੀਨੈਂਟ ਹੋ ਜਾਂਦੇ ਆ। ਤਾਂ ਜਿਵੇਂ ਕਿ ਇੱਥੇ A ਤੇ O ਦਾ ਮੁਕਾਬਲਾ ਹੋਏਗਾ ਤਾਂ A O ਦੇ ਉੱਤੇ ਹਾਵੀ ਹੋ ਜਾਏਗਾ। ਤਾਂ ਬੱਚੇ ਵਿੱਚ ਚਾਹੇ ਦੋਨੇ ਗੁਣਸੂਤਰ ਹੈ ਪਰ ਬਲੱਡ ਗਰੁੱਪ A ਸ਼ੋ ਹੋਊਗਾ ਹਾਵੀ ਹੋਣ ਕਰਕੇ। ਤਾਂ ਬਲੱਡ ਗਰੁੱਪ A ਆੜਾ ਆਪਸ਼ਨ ਸਹੀ ਹੋ ਜਾਏਗਾ 12ਵੇਂ ਕੁਐਸਚਨ ਦਾ। ਕੁਐਸਚਨ 13ਵਾਂ, ਦਿਮਾਗੀ ਸੈੱਲ ਜਿਹਨੂੰ ਆਪਾਂ ਨਿਊਰੋਨ ਵੀ ਕਹਿੰਦੇ ਆ, ਉਸ ਵਿੱਚ ਗੁਣਸੂਤਰਾਂ ਦੀ ਗਿਣਤੀ ਕਿੰਨੀ ਹੋਵੇਗੀ? ਤਾਂ ਦੇਖੋ, ਦਿਮਾਗ ਹੈ ਤਾਂ ਮਨੁੱਖ ਦਾ ਹੀ ਤੇ ਇਹਦੇ ਵਿੱਚ ਆਹ ਵਾਲੇ ਸੈੱਲ ਹੁੰਦੇ ਨੇ ਜਿਨ੍ਹਾਂ ਨੂੰ ਨਿਊਰੋਨ ਸੈੱਲ ਜਾਂ ਦਿਮਾਗੀ ਸੈੱਲ ਕਹਿੰਦੇ ਆ। ਤਾਂ ਇਹ ਸੈੱਲ ਮਨੁੱਖ ਦੇ ਹੀ ਨੇ ਤੇ ਮਨੁੱਖ ਦੇ ਹਰੇਕ ਸੈੱਲ ਦੇ ਵਿੱਚ 46 ਕ੍ਰੋਮੋਸੋਮ ਹੁੰਦੇ ਆ, ਗੁਣਸੂਤਰ ਹੁੰਦੇ ਆ, ਜੋ ਕਿ 23 ਜੋੜਿਆਂ ਦੇ ਵਿੱਚ 23 ਪੇਅਰ ਦੇ ਵਿੱਚ ਦਿਖਾਈ ਦਿੰਦੇ ਆ। ਤਾਂ ਈਡੀ ਆਪਸ਼ਨ ਸਹੀ ਹੋ ਜਾਣਾ ਚਾਹੀਦਾ ਤੁਹਾਡੇ 13ਵੇਂ ਕੁਐਸਚਨ ਦਾ। ਕੁਐਸਚਨ 14ਵਾਂ, ਬਰੋਕਲੀ ਦਾ ਵਿਕਾਸ ਡੈਸ਼ ਤੋਂ ਬਣਾਉਟੀ ਪ੍ਰਜਨਨ ਨਾਲ ਹੋਇਆ ਹੈ। ਤਾਂ ਇਹਨੂੰ ਕਿਹਾ ਜਾਂਦਾ ਹੈ ਬਰੋਕਲੀ। ਇਹ ਆਪਣੇ ਆਪ ਵਿੱਚ ਕੁਦਰਤੀ ਤੌਰ ਤੇ ਨਹੀਂ ਬਣੀ ਸੀ, ਇਹਨੂੰ ਜੰਗਲੀ ਗੋਭੀ ਜਾਂ ਫਿਰ ਵਾਈਲਡ ਕੈਬੇਜ ਨਾਲ ਸਿਲੈਕਟਿਵ ਬਰੀਡਿੰਗ ਕਰਾ ਕੇ ਕਈ ਸੌ ਸਾਲਾਂ ਦੇ ਵਿੱਚ ਇਹਦਾ ਵਿਕਾਸ ਕੀਤਾ ਗਿਆ ਸੀ। ਤਾਂ ਊਡ ਆਪਸ਼ਨ ਸਹੀ ਹੋ ਜਾਏਗਾ ਤੁਹਾਡੇ 14ਵੇਂ ਕੁਐਸਚਨ ਦਾ। ਕੁਐਸਚਨ 15ਵਾਂ, ਚਮੜੀ ਦੇ ਸੈੱਲਾਂ ਵਿੱਚ ਗੁਣਸੂਤਰਾਂ ਦੀ ਗਿਣਤੀ ਕਿੰਨੀ ਹੋਵੇਗੀ? ਤਾਂ ਦੇਖੋ, ਚਮੜੀ ਵੀ ਮਨੁੱਖ ਦੀ ਹੀ ਹੁੰਦੀ ਹੈ ਤੇ ਮਨੁੱਖ ਦੇ ਹਰੇਕ ਸੈੱਲ ਦੇ ਵਿੱਚ, ਚਾਹੇ ਉਹ ਦਿਮਾਗੀ ਸੈੱਲ ਹੈ, ਹੱਡੀ ਸੈੱਲ ਹੈ, ਬਲੱਡ ਸੈੱਲ ਹੈ, ਕੋਈ ਵੀ ਸੈੱਲ ਹੈ, ਉਹਦੇ ਵਿੱਚ ਹਮੇਸ਼ਾ ਹੀ 46 ਕ੍ਰੋਮੋਸੋਮ ਮਤਲਬ 46 ਗੁਣਸੂਤਰ ਹੋਣਗੇ। ਈਡੀ ਆਪਸ਼ਨ ਸਹੀ ਰਹੇਗਾ ਤੁਹਾਡਾ 15ਵੇਂ ਕੁਐਸਚਨ ਦਾ। ਕੁਐਸਚਨ 16ਵਾਂ, ਮਾਤਾ ਪਿਤਾ ਤੋਂ ਬੱਚਿਆਂ ਤੱਕ ਗੁਣਾਂ ਦਾ ਸੰਚਾਰ ਕੀ ਅਖਵਾਉਂਦਾ ਹੈ? ਤਾਂ ਦੇਖੋ, ਮਾਤਾ ਪਿਤਾ ਤੋਂ ਹੀ ਗੁਣਸੂਤਰ ਜਾਂਦੇ ਆ ਬੱਚਿਆਂ ਦੇ ਵਿੱਚ, ਚਾਹੇ ਉਹ ਲੜਕਾ ਹੈ ਚਾਹੇ ਉਹ ਲੜਕੀ ਹੈ। ਤਾਂ ਸੰਤਾਨ ਵਿੱਚ ਜਦੋਂ ਗੁਣਾਂ ਦਾ ਸੰਚਾਰ ਹੁੰਦਾ ਹੈ ਇਹਨੂੰ ਅਨੁਵੰਸ਼ਿਕਤਾ ਕਿਹਾ ਜਾਂਦਾ ਹੈ। ਇੰਗਲਿਸ਼ ਦੇ ਵਿੱਚ ਇਸੇ ਨੂੰ ਹੈਰੀਡਿਟੀ ਦਾ ਨਾਮ ਦਿੱਤਾ ਹੋਇਆ ਹੈਗਾ। ਤਾਂ ਊਡ ਆਪਸ਼ਨ ਸਹੀ ਹੋ ਜਾਏਗਾ ਤੁਹਾਡੇ 16ਵੇਂ ਕੁਐਸਚਨ ਦਾ। ਕੁਐਸਚਨ 17ਵਾਂ, ਅਨੁਵੰਸ਼ਿਕਤਾ ਮਤਲਬ ਹੈਰੀਡਿਟੀ ਦੀ ਇਕਾਈ ਕੀ ਹੈ? ਤਾਂ 2 ਕ੍ਰੋਮੋਸੋਮ 2 ਗੁਣਸੂਤਰਾਂ ਦਾ ਇੱਕ ਜੋੜਾ ਹੈ। ਇਹਦੇ ਵਿੱਚ ਡੀਐਨਏ ਕੋਇਲਿੰਗ ਕਰਕੇ ਰੱਖਿਆ ਹੁੰਦਾ ਹੈ। ਡੀਐਨਏ ਆਪਣਾ ਮੇਨ ਜੈਨੇਟਿਕ ਮਟੀਰੀਅਲ ਹੈ। ਇਹਦੇ ਵਿੱਚ ਆ ਜਿਹੜੇ ਤੁਹਾਨੂੰ ਹਾਈਲਾਈਟ ਕੀਤੇ ਹੋਏ ਛੋਟੇ-ਛੋਟੇ ਹਿੱਸੇ ਦਿਖ ਰਹੇ ਨੇ, ਇਹਨਾਂ ਨੂੰ ਕਿਹਾ ਜਾਂਦਾ ਹੈਗਾ ਜੀਨ। ਇਹ ਇੱਕ ਖਾਸ ਏਰੀਆ ਹੁੰਦਾ ਕਿਸੇ ਵੀ ਡੀਐਨਏ ਦਾ ਜਿਹਦੇ ਕਰਕੇ ਕੋਈ ਖਾਸ ਗੁਣ ਦੇਖਣ ਨੂੰ ਮਿਲਦਾ ਸੰਤਾਨ ਵਿੱਚ, ਜਿਵੇਂ ਅੱਖਾਂ ਦਾ ਰੰਗ, ਬਾਲਾਂ ਦਾ ਰੰਗ ਜਾਂ ਕੱਦ ਦਾ ਛੋਟਾ ਵੱਡਾ ਹੋਣਾ। ਤਾਂ ਇਹ ਸਾਰੇ ਗੁਣ ਹੈ ਜੋ ਜੀਨਸ ਕਰਕੇ ਮਾਤਾ ਪਿਤਾ ਤੋਂ ਬੱਚਿਆਂ ਵਿੱਚ ਟ੍ਰਾਂਸਫਰ ਹੁੰਦੇ ਹੈ। ਇਸ ਕਰਕੇ ਜੀਨ ਨੂੰ ਅਨੁਵੰਸ਼ਿਕਤਾ ਦੀ ਇਕਾਈ ਕਿਹਾ ਜਾਂਦਾ ਹੈ। ਊਡ ਆਪਸ਼ਨ ਸਹੀ ਹੋ ਜਾਏਗਾ ਤੁਹਾਡੇ 17ਵੇਂ ਕੁਐਸਚਨ ਦਾ। ਕੁਐਸਚਨ 18ਵਾਂ, ਮੈਂਡਲ ਨੇ ਆਪਣੇ ਪ੍ਰਯੋਗ ਲਈ ਕਿਹੜੇ ਪੌਦੇ ਦਾ ਅਧਿਐਨ ਕੀਤਾ? ਤਾਂ ਗ੍ਰੈਗੋਰ ਮੈਂਡਲ ਨੇ ਅਨੁਵੰਸ਼ਿਕਤਾ ਦੇ ਸਿਧਾਂਤ ਬਣਾਉਣ ਦੇ ਲਈ ਜੋ ਐਕਸਪੈਰੀਮੈਂਟ ਕੀਤੇ ਉਸਨੇ ਮਟਰਾਂ ਦੇ ਪੌਦਿਆਂ ਦੇ ਉੱਤੇ ਕੀਤੇ, ਜਿੱਥੇ ਤੁਸੀਂ ਚੈਪਟਰ 'ਚ ਪੜ੍ਹ ਚੁੱਕੇ ਹੋ ਕਿ ਇਸ ਤਰ੍ਹਾਂ ਦੇ ਰਿਜ਼ਲਟ ਉਹਨੇ ਪ੍ਰਾਪਤ ਕੀਤੇ। 9-3-3-1 ਦੀ ਰੇਸ਼ੋ ਨੇ ਪ੍ਰਾਪਤ ਕੀਤੀ ਸੀ। ਤਾਂ ਈਡੀ ਆਪਸ਼ਨ ਮਟਰ ਸਹੀ ਆਨਸਰ ਹੋ ਜਾਏਗਾ ਤੁਹਾਡੇ 18ਵੇਂ ਕੁਐਸਚਨ ਦਾ। ਕੁਐਸਚਨ 19ਵਾਂ, ਵਿਗਿਆਨ ਦੀ ਉਹ ਕਿਹੜੀ ਸ਼ਾਖਾ ਹੈ ਜੋ ਅਨੁਵੰਸ਼ਿਕ ਗੁਣਾਂ ਦਾ ਅਧਿਐਨ ਕਰਦੀ ਹੈ? ਤਾਂ ਸਾਇੰਸ ਦੀ ਜੋ ਬ੍ਰਾਂਚ ਅਨੁਵੰਸ਼ਿਕ ਗੁਣਾਂ ਦਾ ਅਧਿਐਨ ਕਰਦੀ ਹੈ ਉਹਦਾ ਨਾਮ ਅਨੁਵੰਸ਼ਿਕੀ ਵਿਗਿਆਨ ਹੁੰਦਾ ਹੈ। ਇਹਨੂੰ ਇੰਗਲਿਸ਼ ਦੇ ਵਿੱਚ ਜੈਨੇਟਿਕਸ ਵੀ ਕਿਹਾ ਜਾਂਦਾ ਹੈਗਾ। ਤਾਂ ਈਡੀ ਆਪਸ਼ਨ ਸਹੀ ਹੈ ਤੁਹਾਡੇ 19ਵੇਂ ਕੁਐਸਚਨ ਦਾ। ਕੁਐਸਚਨ 20ਵਾਂ, ਮਨੁੱਖੀ ਸਰੀਰ ਵਿੱਚ ਗੁਣਸੂਤਰਾਂ ਦੀ ਗਿਣਤੀ ਕਿੰਨੀ ਹੈ? ਤਾਂ ਤੀਜੀ ਵਾਰ ਇਹ ਕੁਐਸਚਨ ਰਿਪੀਟ ਹੋ ਰਿਹਾ। ਦੇਖੋ, ਤਾਂ ਮਨੁੱਖਾਂ ਦੇ ਵਿੱਚ 46 ਕ੍ਰੋਮੋਸੋਮ ਹੁੰਦੇ ਆ, ਮਤਲਬ ਗੁਣਸੂਤਰਾਂ ਦੇ 23 ਜੋੜੇ। ਤਾਂ ਸੱਸਾ ਆਪਸ਼ਨ ਸਹੀ ਹੋ ਜਾਏਗਾ ਤੁਹਾਡੇ 20ਵੇਂ ਕੁਐਸਚਨ ਦਾ। ਕੁਐਸਚਨ 21ਵਾਂ, ਸਭ ਤੋਂ ਪਹਿਲਾਂ ਜੀਨ ਸ਼ਬਦ ਦਾ ਪ੍ਰਯੋਗ ਕਿਸਨੇ ਕੀਤਾ? ਤਾਂ ਇੱਕ ਡੈਨਿਸ਼ ਸਾਇੰਟਿਸਟ ਸੀ ਬੋਟਨੀ ਦੇ, ਯੋਹੈਨਸਨ। ਇਹਨਾਂ ਨੇ ਪਹਿਲੀ ਵਾਰ ਜੀਨ ਸ਼ਬਦ ਦਾ ਪ੍ਰਯੋਗ ਕੀਤਾ ਸੀ ਤੇ ਉਸ ਤੋਂ ਬਾਅਦ ਇਹਨੂੰ ਅਨੁਵੰਸ਼ਿਕ ਵਿਗਿਆਨ ਦੇ ਵਿੱਚ ਅੱਜ ਤੱਕ ਵਰਤਿਆ ਜਾ ਰਿਹਾ। ਤਾਂ ਆੜ ਆਪਸ਼ਨ ਸਹੀ ਹੋ ਜਾਏਗਾ ਯੋਹੈਨਸਨ ਤੁਹਾਡੇ 21ਵੇਂ ਕੁਐਸਚਨ ਦਾ। ਕੁਐਸਚਨ 22ਵਾਂ, ਜੀਨ ਹਮੇਸ਼ਾ ਕੰਮ ਕਰਦੇ ਨੇ ਕਿਸ ਤਰ੍ਹਾਂ ਦੇ ਗਰੁੱਪਸ ਦੇ ਵਿੱਚ? ਤਾਂ ਜੀਨ ਹਮੇਸ਼ਾ ਜੋੜਿਆਂ ਦੇ ਵਿੱਚ ਕੰਮ ਕਰਦੇ ਆ। ਇਹ ਚੀਜ਼ ਤੁਸੀਂ ਧਿਆਨ 'ਚ ਰੱਖਣੀ ਹੈ, ਜਿਸ ਤਰ੍ਹਾਂ ਗੁਣਸੂਤਰ ਹਮੇਸ਼ਾ ਜੋੜਿਆਂ 'ਚ ਹੁੰਦੇ ਆ, ਜੀਨ ਵੀ ਜੋੜਿਆਂ ਦੇ ਵਿੱਚ ਹੀ ਕੰਮ ਕਰਦੇ ਨੇ। ਈਡੀ ਆਪਸ਼ਨ ਸਹੀ ਹੋ ਜਾਏਗਾ ਤੁਹਾਡੇ 22ਵੇਂ ਕੁਐਸਚਨ ਦਾ। ਕੁਐਸਚਨ 23ਵਾਂ, ਜੀਨ ਕੀ ਹੈ? ਤਾਂ ਕਿਸੇ ਗੁਣਸੂਤਰ ਦੇ ਵਿੱਚ ਤੁਹਾਨੂੰ ਇੱਥੇ ਹਾਈਲਾਈਟ ਕਰਕੇ ਜੀਨਸ ਦਿਖਾਏ ਹੋਏ ਨੇ। ਇਹ ਜੀਨ ਵੀ ਦੇਖੋ ਜੋੜਿਆਂ 'ਚ ਕੰਮ ਕਰਦੇ ਨੇ ਤੇ ਮਾਤਾ ਪਿਤਾ ਤੋਂ ਇਹ ਸੰਤਾਨ ਦੇ ਵਿੱਚ ਸੰਚਾਰ ਕਰਦੇ ਆ ਗੁਣਾਂ ਦਾ। ਤਾਂ ਗੁਣਸੂਤਰਾਂ ਦਾ ਉਹ ਹਿੱਸਾ ਜੋ ਗੁਣਾਂ ਦਾ ਸੰਚਾਰ ਕਰਦਾ ਹੈ। ਤਾਂ ਸੱਸਾ ਆਪਸ਼ਨ ਸਹੀ ਹੋ ਜਾਏਗਾ ਤੁਹਾਡੇ 23ਵੇਂ ਕੁਐਸਚਨ ਦਾ। ਕੁਐਸਚਨ 24ਵਾਂ, ਕਿਸੇ ਜੀਵ ਦੇ ਦਿਖਾਈ ਦੇਣ ਵਾਲੇ ਗੁਣਾਂ ਨੂੰ ਕੀ ਕਿਹਾ ਜਾਂਦਾ ਹੈ? ਤੇ ਕਿਸੇ ਸੰਤਾਨ ਦੇ ਵਿੱਚ ਮੰਨ ਲਓ ਪਿਤਾ ਤੋਂ A ਬਲੱਡ ਗਰੁੱਪ ਦੇ ਜੀਨਸ ਆ ਗਏ ਤੇ ਮਾਤਾ ਤੋਂ O ਬਲੱਡ ਗਰੁੱਪ ਦੇ ਜੀਨਸ ਆ ਗਏ। ਤਾਂ ਬੱਚੇ ਦੇ ਵਿੱਚ ਦੋਵੇਂ ਜੀਨਸ ਨੇ, A ਵੀ ਤੇ O ਵੀ। ਇਹ ਹੋ ਗਏ ਉਹਦੇ ਜੀਨੋਟਾਈਪ ਜਿਹੜੇ ਜੀਨਸ ਦੇ ਵਿੱਚ ਨੇ। ਪਰ ਅਸਲ ਦੇ ਵਿੱਚ ਸਿਰਫ A ਬਲੱਡ ਗਰੁੱਪ ਹੀ ਦਿਖਾਈ ਦੇਵੇਗਾ ਕਿਉਂਕਿ ਇਹ ਹਾਵੀ ਹੋ ਜਾਂਦਾ ਹੈ O ਵਾਲੇ ਦੇ ਉੱਤੇ। ਤਾਂ A ਦੇ ਅਸਲ ਵਿੱਚ ਦਿਖਣ ਕਰਕੇ ਇਹ ਫਿਜ਼ੀਕਲੀ ਦਿਖਾਈ ਦਿੰਦਾ। ਇਹਨੂੰ ਕਹਿੰਦੇ ਹੈਗੇ ਫੀਨੋਟਾਈਪਿਕ। ਤਾਂ ਇਹ ਤੁਸੀਂ ਧਿਆਨ 'ਚ ਰੱਖਣਾ ਕਿ ਫੀਨੋਟਾਈਪਿਕ ਜੋ ਫਿਜ਼ੀਕਲੀ ਦਿਖਦੇ ਆ ਤੇ ਜੀਨੋਟਾਈਪਿਕ ਜੋ ਜੀਨਸ ਦੇ ਵਿੱਚ ਹੁੰਦੇ ਨੇ। ਤਾਂ ਫੀਨੋਟਾਈਪ ਈਡੀ ਆਪਸ਼ਨ ਸਹੀ ਹੋ ਜਾਏਗਾ ਤੁਹਾਡੇ 24ਵੇਂ ਕੁਐਸਚਨ ਦਾ। ਕੁਐਸਚਨ 25ਵਾਂ, ਕੁਦਰਤੀ ਚੋਣ ਦਾ ਸਿਧਾਂਤ ਕਿਹੜੇ ਵਿਗਿਆਨੀ ਦੁਆਰਾ ਦਿੱਤਾ ਗਿਆ ਹੈ? ਤਾਂ ਨੈਚੁਰਲ ਸਿਲੈਕਸ਼ਨ ਜਾਂ ਕੁਦਰਤੀ ਚੋਣ ਦੇ ਸਿਧਾਂਤ ਨੂੰ ਚਾਰਲਸ ਡਾਰਵਿਨ ਨਾਮ ਦੇ ਇੱਕ ਇੰਗਲਿਸ਼ ਸਾਇੰਟਿਸਟ ਨੇ ਦਿੱਤਾ ਸੀ। ਉਹਨਾਂ ਨੇ ਥਿਊਰੀ ਆਫ ਐਵੋਲੂਸ਼ਨ ਵੀ ਦੱਸੀ ਸੀ। ਤੇ ਕੁਦਰਤੀ ਚੋਣ ਦਾ ਸਿਧਾਂਤ ਕਹਿੰਦਾ ਹੈ ਕਿ ਕੁਦਰਤ ਉਸੇ ਪ੍ਰਜਾਤੀ ਨੂੰ ਪ੍ਰੈਫਰ ਕਰਦੀ ਹੈ, ਚੁਣਦੀ ਹੈ ਜੋ ਕਿ ਸਰਵਾਈਵ ਸਭ ਤੋਂ ਜ਼ਿਆਦਾ ਅੱਛੀ ਤਰ੍ਹਾਂ ਨਾਲ ਕਰ ਸਕਦੀ ਹੈ। ਤਾਂ ਆੜਾ
ਆਪਸ਼ਨ ਤੁਹਾਡਾ ਸਹੀ ਹੋ ਜਾਏਗਾ ਡਾਰਵਿਨ 25ਵੇਂ ਕੁਐਸਚਨ ਦਾ। ਇਹਦੇ ਨਾਲ ਹੀ ਆਪਣੀ ਇਹ ਸ਼ੀਟ ਕੰਪਲੀਟ ਹੁੰਦੀ ਹੈ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ। ਤੁਹਾਡਾ ਸਮਾਂ ਦੇਣ ਦੇ ਲਈ ਧੰਨਵਾਦ।